कुदरत तेरी है, कुदरत तेरी है, वड्डा तेरा दरबार, वड्डा तेरा दरबार, सच्चा तुध तखत, सच्चा तुध तखत, वड्डा तेरा दरबार, वड्डा तेरा दरबार, सिर शाह पातशाह, सिर शाह सिर शाह पातशाह, सिर शाह सिर और शत निहचल दीन दुनीदा पातशाह, दीन दुनीदा पातशाह, दस्तगीर होए पंज पीर, हर गोर हर गोबिंद अतुला, दस्तगीर होए पंज पीर, हर गोर हर गोबिंद अतुला, दीन दुनीदा पातशाह, दीन दुनीदा पातशाह, पंज प्याले हजार जार, पंज प्याले हजार जार, होए मस्तान सुजान बिजोला, होए मस्तान सुजान बिजोला, तुरिया चढ़ जेन परम तात, शेवर तारे कोलो कोला, शेवर तारे कोलो कोला, दीन दुनीदा पातशाह, दीन दुनीदा पातशाह, पातशाह पातशाह अडोला, पातशाह दीन दुनीदा पातशाह,
छे दर्शन छे पीड़िया, एकस दर्शन अंदर गोला। छे दर्शन छे पीड़िया, एकस दर्शन अंदर गोला। जति सती संतोखिया, सिद्धनाथ अवतार बिरोला। सिद्धनाथ अवतार बिरोला। दीन दुनीद पातशाह, दीन दुनीद पातशाह। 11 रुदन समुंदर विच, 11 रुदन समुंदर विच, मार जीवे तिस रतन अमोला। जीवे तिस रतन अमोला। 12 16 मेल कार, 20 21 चुराहो हिंडोला। 12 16 मेल कार, 20 21 चढ़ाओ हिंडोला। अंतर जामी बाला भोला, अंतर जामी बाला भोला। दीन दुनीद पातशाह, दीन दुनीद पातशाह। पातशाह पातशाह अडोला, पातशाह पातशाह अडोला। दीन दुनीद पातशाह, दीन दुनीद पातशाह, दीन दुनीद पातशाह। वाहिगुरु जी। रामकली महला तीजा। नंद को ओंकार सतगुर प्रसाद। आनंद भया मेरी माए, आनंद भया मेरी माए, आनंद भया मेरी माए। सतगुरु में पाया, सतगुरु में पाया। आनंद भया मेरी माए, आनंद भया मेरी माए। सतगुर ता पाया सहज सेती, मन वजिया बधाया। राग रतन परिवार परिया, शब्द गावणे आया। शब्द गावो हरि केरा, मन जिनी बसाया। कहे नानक आनंद हुआ, कहे नानक आनंद हुआ। सतगुरु में पाया, सतगुरु में पाया। आनंद भया मेरी माए, आनंद भया, आनंद भया, आनंद भया मेरी माए। हे मन मेरे तू सदा रहो हर नाले, हर नाल रहो तू मन मेरे दुख सब सारना। अंगी
ਕਾਰੋ ਕਰੇ ਤੇਰਾ ਕਾਰਜ ਸਭ ਸੰਵਾਰਣਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇ ਸਦਾ ਰਹੋ ਹਰਿ ਨਾਮ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰੇ ਸਭ ਕੁਛ ਹੈ ਤੁਝ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਗੁਰਬਾਣ ਕੀਤਾ ਗੁਰੂ ਬਿਟੋ ਜਿਸ ਦੀਆਂ ਹੈ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ। ਦੂਤ ਵਸ ਕੀਤੇ ਕਾਲ ਕੰਟਕ ਮਾਰਿਆ। ਧਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਨਾਨਕ ਤੈ ਸੁਖ ਹੋਆ ਤਿਤ ਕਰੇ ਅਨਹਦ ਵਾਜੇ। ਨੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਅਨਹਦ ਤੂਰੇ ਸੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਦਿਸ ਰਾਤ ਤੁਹਿ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾ। ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਹਾ। ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਰ ਤੁਮ ਪਹਿ ਅਰਦਾਸ। ਜੀਉ ਪਿੰਡ ਸਭ ਤੇਰੀ। ਤੁਮ ਮਾਤ ਪਿਤਾ ਹਮ ਬਾਰਿਕ। ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਕੋਇ ਨ ਜਾਣੈ ਤੁਮਰਾ ਊਚੇ ਤੇ ਊਚਾ। ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਆਗਿਆ। ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰਨਉ ਨਿਤ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨ ਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ।
ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜਾਇਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤੀ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਨਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਸੱਚੇ ਪਿਤਾ ਵਾਹਿਗੁਰੂ ਜੀਓ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਸਤਿਗੁਰੂ ਜੀ ਗੁਰਬਾਣੀ ਦੇ ਪਾਵਨ ਪਵਿੱਤਰ ਮਹਾਵਾਕ ਹਨ। ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰਿਆਰ ਤੀਰ ਸੈਫ ਸਰੋਹੀ ਸਹਿਤੀ ਯਹ ਹਮਾਰੇ ਪੀਰ। ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਅਤੁੱਲਾ। ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਐਸੇ ਦੀਨ ਦਇਆਲ ਸਤਿਗੁਰੂ ਮੇਰੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਮੇਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਰਾਜਣਾ ਕੀਤਾ। ਤਿਨਾਂ ਸਤਿਗੁਰਾਂ ਦਾ ਸ਼ਸਤਰ ਧਾਰਨ ਕਰਨ ਦਾ ਦਿਵਸ ਬੇਅੰਤ ਸੰਗਤਾਂ ਵੱਲੋਂ, ਸਮੁੱਚੀ ਸਿੱਖ ਕੌਮ ਵੱਲੋਂ, ਸਮੁੱਚੀਆਂ ਸੰਗਤਾਂ ਵੱਲੋਂ, ਸਮੁੱਚੀਆਂ ਜਥੇਬੰਦੀਆਂ ਵੱਲੋਂ, ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ। ਪਰਸੋਂ ਦੇ ਰੋਜ਼ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ। ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ। ਗੁਰਬਾਣੀ ਦੇ ਸੰਪੂਰਨ ਭੋਗ ਪਏ। ਭੋਗ ਪੈਣ ਤੋਂ ਉਪਰੰਤ ਸੁੰਦਰ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਰਾਗੀ ਸਿੰਘਾਂ ਵੱਲੋਂ ਸ਼ਬਦ ਗੁਰਬਾਣੀ ਦਾ ਕੀਰਤਨ ਹੋਇਆ ਹੈ। ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ, ਗੁਰਬਾਣੀ ਗਾਇਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਗੁਰਬਾਣੀ ਦਾ ਮਹਾਤਮ ਦਰਤਿਆਈ ਸਰਬੱਤ ਸਾਧ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ। ਸਰਬੱਤ ਸਾਧ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ। ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਕਿਰਪਾ ਕਰਨੀ ਸਤਿਗੁਰੂ ਜੀ ਜੋ ਮਹਾਨ ਸੇਵਾਵਾਂ ਆਪ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਖਸ਼ਿਸ਼ ਕੀਤੀਆਂ ਹਨ। ਆਪ ਜੀ ਨੇ ਅੰਗ ਸੰਗ ਸਹਾਈ ਹੋ ਕਰਕੇ ਸੀਸ ਉੱਤੇ ਰਹਿਮਤ ਭਰਿਆ ਹੱਥ ਰੱਖ ਕੇ ਆਪ ਕਰਵਾ ਲੈਣੀਆਂ। ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਹਰ ਦੀਵਾਨੇ ਮੈਦਾਨੇ ਫਤਿਆਬੀ ਬਖਸ਼ਿਸ਼ ਕਰਨੀ। ਮਹਾਨ ਕਿਰਪਾ ਕਰਨੀ। ਸਮੁੱਚੇ ਖਾਲਸਾ ਪੰਥ ਵਿੱਚ ਆਪਸੀ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ। ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ। ਹਰ ਪ੍ਰਕਾਰ ਸਹਾਇਤਾ ਕਰਨੀ। ਆਪ ਜੀ ਦੇ ਹਾਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ। ਆਪ ਜੀ ਦੇ ਹਾਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ। ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਝ ਹੈ। ਖੋਜ ਸ਼ਬਦ ਮੈਂ
ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖਵਾਰ ਹੋਏ ਸਭ ਮਿਲੈਂਗੇ ਬਚੇ ਸ਼ਰਨ ਜੋ ਹੋਵੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਤਖਤ ਬਾਏ ਤਖਤੇ ਕੀ ਲਾਇਕ ਪੰਚ ਸਮਾਏ ਗੁਰਮਤਿ ਪਾਇਕ ਤਖਤ ਰਾਜਾ ਸੋਭਾ ਜੇ ਤਖਤ ਲਾਇਕ ਹੋਈ ਜਿਨੀ ਸੱਚ ਪਛਾੜਿਆ ਸੱਚ ਰਾਜੇ ਸੇਈ ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਟਾਰੀਆਂ ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਟਾਰੀਆਂ ਸੋ ਕਉ ਡਲ ਗੁਰ ਸੇਵਿਆ ਆਨਸ ਸਹਿਜ ਸੁਭਾਇ ਦਰਸ਼ਨ ਪਰਸਿਆਇ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਮਤ ਖਸਾਮੁੰਦੇ ਦੂਰ ਅਰਸੋਂ ਪੁਰਸੋਂ ਝਟਿਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੈਨਈ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੈਨਈ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ
दानी जी की एका ही परवानी अवर जतन कर रहे बहुत तेन तिल नहीं कीमत जानी रहा अमृत नाम निर्मोल हीरा गुर दीनो मन पानी डिगा ना डोला दृढ़ कर रहे पूर्ण हो कृप कानी ओए जो बीत हम तुम काश होते तिनकी बात बिलानी अलंकार दिल कैली होइया ताते कनक बेतानी प्रगट जोत सहज सुख शोभा बाजे अनहद बानी कौ नानक नेतल घर बादे गुर कियो बंदानी प्रगट जोत सहज सुख शोभा बाजे अनहद बानी कौ नानक निहचल घर बादे गुर कियो बंदानी वाहिगुरु जी का खालसा वाहिगुरु जी की फतेह। परम सन्मानयोग गुरु की साजी नवाजी साध संगत जी, अज दे शुभ दिहाड़े मेरी पीरी दे मालक गुरु हरगोबिंद साहब सच्चे पातशाह जी तख्त ते सुभाएमान होए अते मीरी ते पीरी दियां दो तलवारां धारण कीतियां। शहीदां दे सरताज बाणी के बोहित कलयुगी जीवा दे उदारक शांति दे मुजस्मे साहिब श्री गुरु अर्जन देव सच्चे पातशाह जी की शहादत तो उपरंत गुरु हरगोबिंद साहब जी ने बाबा बुढ़ा साहब जी, भाई गुरदास जी, भाई बिधि चंद जी, भाई पराड़ा जी, भाई लंगा जी इत्यादि गुरसिक्खा नाल विचार करके संगत जी हाड़ वदी पंचमी वाले दिन बाबा बुढ़ा साहब जी ने 6 गुरु साहिबान जी दे नाम लैके अरदास की। अरदास उपरंत गुरु हरगोबिंद साहब जी ने बड़े बल तेज दे नाल श्री अकाल तख्त साहब जी दी पहली एक्ट अपने हथी रखी सी। उस तो उपरंत बाबा बुढ़ा साहब जी ते भाई गुरदास साहब जी ने ये पावन तख्त की
ਉਸਾਰੀ ਕੀਤੀ। ਕਿਸੇ ਰਾਜ ਨੇ ਹੱਥ ਲਗਾਇਓ, ਬੁੱਢੇ ਆਓ ਗੁਰਦਾਸ ਬਣਾਇਓ। ਇਹ ਦੋ ਗੁਰਸਿੱਖਾਂ ਨੇ ਇਹ ਪਾਵਨ ਤਖਤ ਦੀ ਉਸਾਰੀ ਕੀਤੀ ਹੈ। ਔਰ ਦਿੱਲੀ ਦੇ ਤਖਤ ਨਾਲੋਂ ਇਹ ਤਖਤ ਉੱਚਾ ਹੈ। ਔਰ ਇਹਦਾ ਪਹਿਲਾ ਨਾਮ ਅਕਾਲ ਬੁੰਗਾ ਸੀ। ਅੱਜ ਕੱਲ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਮ ਨਾਲ ਯਾਦ ਕਰਦੇ ਹਾਂ। 19 ਦਿਨਾਂ ਦੇ ਵਿੱਚ ਗੁਰਸਿੱਖਾਂ ਨੇ ਇਹ ਪਾਵਨ ਤਖਤ ਦੀ ਉਸਾਰੀ ਕੀਤੀ। ਹਾੜ ਸੁਦੀ ਦਸਵੀਂ ਅੱਜ ਦੇ ਦਿਹਾੜੇ ਮੇਰੀ ਪੀਰੀ ਦੇ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਪਾਵਨ ਤਖਤ ਤੇ ਵਿਰਾਜਮਾਨ ਹੋਏ। ਭਾਵੇਂ ਮਸੰਦਾਂ ਨੇ ਸੇਲੀ ਟੋਪੀ ਮਾਲਾ ਮੰਜੀ ਸਾਹਿਬ ਇਤਿਆਦਿਕ ਹਾਜ਼ਰ ਕੀਤੀ। ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ਼ਾਰਾ ਕੀਤਾ, ਬਾਬਾ ਜੀ ਇਹਨਾਂ ਵਸਤੂਆਂ ਦੀ ਹੁਣ ਲੋੜ ਨਹੀਂ, ਹੁਣ ਤਾਂ ਅਸੀਂ ਸ਼ਸਤਰ ਧਾਰਨ ਕਰਾਂਗੇ। ਸਤਿਗੁਰੂ ਜੀ ਨੇ ਉਹਨਾਂ ਵਸਤੂਆਂ ਨੂੰ ਨਮਸਕਾਰ ਕੀਤੀ ਤੇ ਖਜ਼ਾਨਚੀ ਨੂੰ ਕਿਹਾ ਵੀ ਇਹ ਖਜ਼ਾਨੇ ਵਿੱਚ ਹੁਣ ਜਮ੍ਹਾਂ ਕਰ ਲਓ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਜੀ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਹਿਨਾਈਆਂ, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ। ਔਰ ਜਿਹਦੀ ਬਾਬਤ ਲੱਤੇ ਤੇ ਅਬਦੁਲ ਢਾਡੀ ਨੇ ਵਾਰ ਵੀ ਗੈਣ ਕੀਤੀ ਸੀ। ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਸੋ ਸਤਿਗੁਰੂ ਜੀ ਨੇ ਅੱਜ ਦੇ ਦਿਨ ਤਖਤ ਸਾਹਿਬ ਜੀ ਤੇ ਸੁਭਾਏਮਾਨ ਹੋ ਕੇ ਮੇਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਗੁਰਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਉਪਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਸਤਿਗੁਰਾਂ ਦੇ ਮੇਰੀ ਪੀਰੀ ਧਾਰਨ ਦੀਆਂ ਅੱਜ ਦੇ ਪਾਵਨ ਦਿਹਾੜੇ ਤੇ ਸਮੁੱਚੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ੍ਰੀ ਦਰਬਾਰ ਸਾਹਿਬ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ ਦਾ ਇਹ ਪਾਵਨ ਦਿਹਾੜਾ ਬੜੀ ਭਾਵਨਾ ਦੇ ਸਹਿਤ ਮਨਾਇਆ ਗਿਆ ਹੈ। ਅੱਜ ਦੇ ਇਹਨਾਂ ਸਮਾਗਮਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਜੀ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਬੀਬੀ ਜਗੀਰ ਕੌਰ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਜੀ, ਪੰਜ ਪਿਆਰੇ ਸਾਹਿਬਾਨ ਗ੍ਰੰਥੀ ਸਿੰਘ, ਸਾਰੇ ਗੁਰਮਤਿ ਪਿਆਰੇ ਹਾਜ਼ਰ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ ਔਰ ਇਸੇ ਤਰ੍ਹਾਂ ਸਕੱਤਰ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਜੀ ਦੇ ਮੈਨੇਜਰ ਸਰਦਾਰ ਗੁਰਿੰਦਰ ਸਿੰਘ ਜੀ ਮਥਰੇਵਾਲ ਅਤੇ ਬਾਕੀ ਸਾਰੇ ਮੈਨੇਜਰ ਅਤੇ ਸਟਾਫ ਹਾਜ਼ਰ ਹੋਇਆ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਗਿਆਨੀ ਸੁਲਤਾਨ ਸਿੰਘ ਜੀ ਨੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ। ਹੁਣ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਦੇ ਸ਼ੁਭ ਦਿਹਾੜੇ ਤੇ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਅਤੇ ਨਾਲ ਸੰਗਤਾਂ ਨੂੰ ਵਧਾਈ ਦੇਣਗੇ। ਹੋਈਆਂ ਭੁੱਲਾਂ ਦੀ ਖਿਮਾ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जुग जुग अटल लोक परलोक दे राखे जबर शतर तखत दे मालक
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਦੇ ਆਭਾ ਮੰਡਲ ਦੇ ਵਿੱਚ ਸਭਾਈਮਾਨ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਸੁਸ਼ੋਭਤ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਵੱਲੋਂ ਵੀ ਅੱਜ ਸਮੁੱਚੇ ਸਿੱਖ ਜਗਤ ਨੂੰ, ਗੁਰੂ ਖਾਲਸਾ ਪੰਥ ਨੂੰ ਮੇਰੀ ਪੀਰੀ ਦਿਵਸ ਦੀਆਂ ਬਹੁਤ 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 ਮੁਬਾਰਕਾਂ। ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਨੇ ਅੱਜ ਦੇ ਇਸ ਪਵਿੱਤਰ ਇਤਿਹਾਸ ਤੋਂ ਆਪ ਜੀ ਨੂੰ ਜਾਣੂ ਕਰਵਾਇਆ। ਸ੍ਰੀ ਅਕਾਲ ਤਖਤ ਸਾਹਿਬ ਤੇ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਖਾਲਸਾ ਪੰਥ ਦੇ ਅੰਦਰ ਦੇਗ ਤੇ ਦੇਗ ਮੇਰੀ ਪੀਰੀ, ਸੰਤ ਤੇ ਸਿਪਾਹੀ, ਧਰਮ ਤੇ ਰਾਜਨੀਤੀ ਦਾ ਬਹੁਤ ਸੋਹਣਾ ਸੰਕਲਪ ਜਿਹੜਾ ਹੈ ਪਾਤਸ਼ਾਹ ਨੇ ਸਾਡੀ ਝੋਲੀ ਪਾਇਆ। ਇਹ ਜਿਹੜਾ ਸੰਕਲਪ ਹੈ ਇਹ ਸਾਨੂੰ ਜਿਉਂਦਾ ਰੱਖਦਾ ਹੈ ਔਰ ਇਸ ਸੰਕਲਪ ਨੇ ਹੀ ਸਾਨੂੰ ਜਿਉਂਦੇ ਰੱਖਣਾ ਹੈ। ਕੱਲਾ ਸਿਪਾਹੀ ਨਿਰਦਈ ਹੋ ਜਾਂਦਾ ਹੈ, ਜ਼ਾਲਮ ਹੋ ਸਕਦਾ ਹੈ, ਧੱਕਾ ਕਰਨ ਵਾਲਾ ਹੋ ਸਕਦਾ ਹੈ, ਤੇ ਕੱਲਾ ਸਾਧੂ ਕਾਇਰ ਹੋ ਸਕਦਾ ਹੈ। ਇਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸਿੱਖਾਂ ਨੂੰ ਸਾਧੂ ਵੀ ਤੇ ਸਿਪਾਹੀ ਵੀ ਬਣਨ ਦੀ ਜਿਹੜੀ ਹੈ ਉਹ ਪ੍ਰੇਰਣਾ ਦਿੱਤੀ, ਹੁਕਮ ਦਿੱਤਾ। ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਤਖਤ ਦੇ ਉੱਤੇ ਸਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਕਿਹਾ ਕਿ ਐ ਖਾਲਸਾ ਜੀ, ਐ ਸਾਧ ਸੰਗਤ ਜੀ, ਅੱਜ ਜ਼ਰੂਰਤ ਜਿਸ ਚੀਜ਼ ਦੀ ਹੈ ਤੁਸੀਂ ਉਹ ਚੀਜ਼ ਲੈ ਕੇ ਆਓ। ਅੱਜ ਕਿਸ ਚੀਜ਼ ਦੀ ਜ਼ਰੂਰਤ ਹੈ? ਅੱਜ ਚੰਗੇ ਸ਼ਸਤਰਾਂ ਦੀ ਜ਼ਰੂਰਤ ਹੈ, ਚੰਗੇ ਘੋੜਿਆਂ ਦੀ ਜ਼ਰੂਰਤ ਹੈ, ਕਿਉਂਕਿ ਦਿੱਲੀ ਦਾ ਤਖਤ ਜ਼ੁਲਮ ਕਰ ਰਿਹਾ ਹੈ, ਧੱਕਾ ਕਰ ਰਿਹਾ ਹੈ, ਸਰਵਨਾਸ਼ ਕਰ ਰਿਹਾ ਹੈ, ਕਤਲੇਆਮ ਕਰ ਰਿਹਾ ਹੈ। ਲੱਖਾਂ ਦੀ ਤਾਦਾਦ ਵਿੱਚ ਲੋਕ ਜਿਹੜੇ ਨੇ ਬੇਗੁਨਾਹ ਗਾਜਰਾਂ ਮੂਲੀਆਂ ਦੀ ਤਰ੍ਹਾਂ ਕੱਟੇ ਜਾ ਰਹੇ ਨੇ। ਅੱਜ ਉਹਨਾਂ ਮਜ਼ਲੂਮਾਂ ਨੂੰ ਬਚਾਉਣ ਦੀ ਬਹੁਤ ਵੱਡੀ ਲੋੜ ਹੈ ਤੇ ਇਸ ਦਿੱਲੀ ਦੇ ਤਖਤ ਦਾ ਮੁਕਾਬਲਾ ਕਰਨ ਵਾਸਤੇ ਅੱਜ ਖਾਲਸਾ ਫੌਜ ਜਿਸ ਦੀ ਸ਼ੁਰੂਆਤ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਰ ਦਿੱਤੀ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਕਿ ਸ਼ਸਤਰ ਲੈ ਕੇ ਆਓ, ਘੋੜੇ ਲੈ ਕੇ ਆਓ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ਾਂ ਦੇ ਉੱਤੇ ਇਸ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਉਸ ਵਕਤ ਸੰਗਤਾਂ ਨੇ ਚੰਗੇ ਤੋਂ ਚੰਗੇ ਸ਼ਸਤਰ ਖਰੀਦ ਕੇ ਭੇਟ ਕੀਤੇ, ਚੰਗੇ ਤੋਂ ਚੰਗੇ ਘੋੜੇ ਖਰੀਦ ਕੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਭੇਟ ਕੀਤੇ। ਕੋਈ ਸ਼ਸਤਰ ਆਉਂਦੇ ਸੀ ਚੰਗੇ, ਮਹਾਰਾਜ ਆਪਣੇ ਸਿੱਖਾਂ ਨੂੰ ਵੰਡਦੇ ਸੀ। ਚੰਗੇ ਘੋੜੇ ਆਉਂਦੇ ਸੀ, ਮਹਾਰਾਜ ਆਪਣੇ ਸਿੱਖਾਂ ਨੂੰ ਦੇ ਦਿੰਦੇ ਸੀ। ਚੰਗੇ ਸ਼ਸਤਰ ਰੱਖੋ, ਚੰਗੇ ਘੋੜੇ ਰੱਖੋ, ਕਿਉਂਕਿ ਅਸੀਂ ਜ਼ੁਲਮ ਦਾ ਮੁਕਾਬਲਾ ਕਰਨਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਖਤ ਤੋਂ ਐਲਾਨ ਕਰਕੇ ਫੌਜ ਤਿਆਰ ਕੀਤੀ। ਦਿੱਲੀ ਦੇ ਕੰਨ ਖੜੇ ਹੋ ਗਏ। ਉਹਨਾਂ ਦੇ ਕੰਨਾਂ ਦੇ ਵਿੱਚ ਕਿਹਾ ਜਾਣ ਲੱਗਿਆ ਕਿ ਸਟੇਟ ਦੇ ਅੰਦਰ ਸਟੇਟ ਜਿਹੜਾ ਹੈ ਉਹ ਪੈਦਾ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖਤ ਦੀ ਸਿਰਜਣਾ ਕਰ ਲਈ ਹੈ। ਸਟੇਟ ਦੇ ਅੰਦਰ ਸਟੇਟ ਪੈਦਾ ਕਰਨ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜੇ ਰੱਖ ਲਏ ਨੇ, ਫੌਜਾਂ ਰੱਖ ਲਈਆਂ ਨੇ ਤੇ ਹਕੂਮਤ ਨੇ ਚਾਲਾਂ ਚੱਲੀਆਂ। ਪਹਿਲਾਂ ਸਿੱਖਾਂ ਨੂੰ ਵਰਗਲਾਇਆ ਕਿ ਤੁਸੀਂ ਵਿਰੋਧ ਕਰੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਇਸ ਮਹਾਨ ਨੀਤੀ ਦਾ। ਆਖੋ ਕਿ ਪਹਿਲੇ ਪੰਜ ਗੁਰੂ ਸਾਹਿਬਾਨ ਨੇ ਸ਼ਸਤਰ ਨਹੀਂ ਸੀ ਚੱਕੇ, ਘੋੜੇ ਨਹੀਂ ਸੀ ਰੱਖੇ, ਸ਼ਿਕਾਰ ਨਹੀਂ ਸੀ ਖੇਡਦੇ। ਇਹ ਨਵੀਂ ਨੀਤੀ ਧਾਰਨ ਕਰ ਲਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਤੇ ਸਾਡੇ ਕੁਝ ਭੁੱਲੜ ਜਿਹੜੇ ਸਿੱਖ ਸੀ ਉਸ ਵੇਲੇ ਉਹ ਹਕੂਮਤ ਦੀਆਂ ਚਾਲਾਂ ਦੇ ਵਿੱਚ ਆ ਕੇ ਜਗ੍ਹਾ ਜਗ੍ਹਾ ਪ੍ਰਚਾਰ ਕਰਨ ਲੱਗ ਪਏ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਹਿਲੇ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਮਰਿਆਦਾ ਦੀ ਉਲੰਘਣਾ ਕਰ ਰਹੇ ਨੇ।
ਪਰ ਉਸ ਵੇਲੇ ਧੰਨ ਧੰਨ ਬਾਬਾ ਬੁੱਢਾ ਜੀ, ਧੰਨ ਧੰਨ ਭਾਈ ਗੁਰਦਾਸ ਜੀ, ਜਿਹੜੇ ਮਹਾਨ ਕੌਮ ਦੇ ਵਿਦਵਾਨ ਸੀ, ਉਹਨਾਂ ਨੇ ਫਿਰ ਸੰਗਤਾਂ ਨੂੰ ਸਮਝਾਇਆ ਕਿ ਵਿਦਵਾਨ ਸਮਝਾਉਂਦੇ ਹੁੰਦੇ ਐ। ਕਹਿੰਦੇ ਗੱਲ ਸੁਣੋ ਭਾਈ, ਤੁਸੀਂ ਫਸਲ ਬੀਜਦੇ ਹੋ? ਕਹਿੰਦੇ ਹਾਂਜੀ ਬੀਜਦੇ ਆ। ਕਹਿੰਦੇ ਜਦੋਂ ਫਸਲ ਤੁਹਾਡੀ ਹੋ ਜਾਂਦੀ ਹੈ ਵੱਡੀ, ਉਸ ਵਕਤ ਜਦੋਂ ਤੁਹਾਡੀ ਫਸਲ ਨੂੰ ਪਸ਼ੂ ਉਜਾੜਨਾ ਚਾਹੁੰਦੇ ਐ, ਫਿਰ ਤੁਸੀਂ ਕੀ ਕਰਦੇ ਹੋ? ਕਹਿੰਦੇ ਫਿਰ ਅਸੀਂ ਦੋ ਕੰਮ ਕਰਦੇ ਆ ਜੀ, ਜਾਂ ਤਾਂ ਅਸੀਂ ਕੰਡਿਆਲੀ ਵਾੜ ਕਰਦੇ ਆ ਫਸਲ ਨੂੰ ਬਚਾਉਣ ਵਾਸਤੇ, ਤੇ ਜਾਂ ਫਿਰ ਕੁੱਤਕਾ ਲੈ ਕੇ ਡਾਂਗ ਲੈ ਕੇ ਪਹਿਰੇਦਾਰੀ ਕਰਦੇ ਆ। ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਸੰਗਤਾਂ ਨੂੰ ਕਹਿਣ ਲੱਗੇ, ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਉਹੀ ਕੰਮ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੀਜੇ ਹੋਏ ਸਿੱਖੀ ਦੇ ਬੀਜ ਨੂੰ ਕੁਚਲਣ ਵਾਸਤੇ ਅੱਜ ਦਿੱਲੀ ਦਾ ਤਖਤ ਜਿਹੜਾ ਹੈ ਉਹ ਤਤਪਰ ਹੋ ਗਿਆ ਭਾਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖੀ ਦੇ ਬੂਟੇ ਨੂੰ ਆਪਣੇ ਖੂਨ ਦੇ ਨਾਲ ਸਿੰਜਿਆ। ਅੱਜ ਬੂਟਾ ਲਹਿਲਾ ਰਿਹਾ ਹੈ, ਲੇਕਿਨ ਇਹ ਹਰਿਆਏ ਪਸ਼ੂ ਜਿਹੜੇ ਆ ਇਹ ਉਜਾੜਨਾ ਚਾਹੁੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਸਤਰ ਲੈ ਕੇ ਇਸ ਸਿੱਖੀ ਦੀ ਫੁਲਵਾੜੀ ਦੀ ਰਾਖੀ ਕਰਨਾ ਚਾਹੁੰਦੇ ਨੇ। ਇਹਦੇ 'ਚ ਕੀ ਗਲਤ ਹੈ? ਫਿਰ ਸਿੱਖਾਂ ਨੂੰ ਪਤਾ ਲੱਗਿਆ ਕਿ ਵਾਕਈ ਜਿਹੜੇ ਭੁੱਲੜ ਸਿੱਖ ਸੀ, ਸਾਰੇ ਨਹੀਂ ਸੀ ਗੁਰੂ ਪਿਆਰਿਓ, ਲੇਕਿਨ ਕੁਝ ਕੁ ਜਿਹੜੇ ਭੁੱਲੜ ਸਿੱਖ ਸੀ, ਫਿਰ ਉਹਨਾਂ ਨੂੰ ਸਮਝ ਆਈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਿਧਾਂਤ ਦੇ ਅਨੁਸਾਰ ਕਰ ਰਹੇ ਨੇ। ਤੇ ਫਿਰ 4 ਯੁੱਧ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲੜੇ ਨੇ, ਵੱਡੇ ਜਿਹੜੇ ਇਤਿਹਾਸ ਦੇ ਵਿੱਚ ਦਰਜ ਨੇ। ਛੋਟੀਆਂ ਝੜਪਾਂ ਕਈ ਜਗ੍ਹਾ ਹੋਈਆਂ, ਲੇਕਿਨ 4 ਯੁੱਧ ਇਤਿਹਾਸ ਦੇ ਵਿੱਚ ਜਿਹੜੇ ਦਰਜ ਨੇ। ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੜੇ ਹੈ, ਔਰ ਫਤਿਹ ਜਿਹੜੀ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕਦਮਾਂ ਤੇ ਆ ਕੇ ਡਿੱਗੀ ਹੈ। ਉਹ ਦੌਰ ਸੀ ਉਸ ਵੇਲੇ ਜਦੋਂ ਹਿੰਦੁਸਤਾਨ ਦੇ ਅੰਦਰ ਲੋਕ ਗੱਲਾਂ ਕਰਦੇ ਸੀ ਸੱਥਾਂ ਦੇ ਵਿੱਚ, ਚੌਪਾਲਾਂ ਦੇ ਵਿੱਚ, ਕਿ ਮੁਗਲ ਸਾਮਰਾਜ ਇੰਨਾ ਸ਼ਕਤੀਸ਼ਾਲੀ ਹੈ, ਇਹਨੂੰ ਕੋਈ ਹਰਾ ਨਹੀਂ ਸਕਦਾ। ਹਿੰਦੁਸਤਾਨ ਦੇ ਵਿੱਚ ਕੋਈ ਐਸਾ ਬਾਈ ਦਾ ਲਾਲ ਨਹੀਂ ਹੈ ਜਿਹੜਾ ਮੁਗਲ ਹਕੂਮਤ ਨੂੰ ਚੁਣੌਤੀ ਦੇ ਸਕੇ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਯੁੱਧ ਲੜੇ, 4 ਜਿੱਤੇ, ਔਰ ਹਿੰਦੁਸਤਾਨ ਦੇ ਲੋਕਾਂ ਦੇ ਮਨਾਂ 'ਚ ਪਿਆ ਹੋਇਆ ਇਹ ਭਰਮ ਜਿਹੜਾ ਸੀ ਤੋੜ ਦਿੱਤਾ। ਜਿਹੜੇ ਕਹਿੰਦੇ ਸੀ ਕਿ ਇਹ ਜਿੱਤੇ ਨਹੀਂ ਜਾ ਸਕਦੇ, ਇਹ ਸਾਮਰਾਜ ਹਰਾਇਆ ਨਹੀਂ ਜਾ ਸਕਦਾ, ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਪਿਆ ਹੋਇਆ ਭਰਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੋੜਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਅੰਦਰੋਂ ਕਾਇਰਤਾ ਕੱਢੀ, ਬੁਜ਼ਦਿਲੀ ਜਿਹੜੀ ਹੈ ਕੱਢੀ, ਤੇ ਉਹਨਾਂ ਨੂੰ ਜਿਹੜਾ ਸੀ ਸ਼ੇਰ ਬਣਾਇਆ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਇਸ ਭਾਰਤ ਦੀ ਧਰਤੀ ਦੇ ਉੱਤੇ ਜ਼ਬਰੋ ਜ਼ੁਲਮ ਹੁੰਦਾ ਸੀ, ਪੱਛਮ ਤੋਂ ਹਮਲਾਵਰ ਆਉਂਦੇ ਸੀ, ਇੱਥੇ ਆ ਕੇ ਧਨ ਵੀ ਲੁੱਟਦੇ ਸੀ, ਇੱਥੇ ਇੱਜ਼ਤਾਂ ਵੀ ਲੁੱਟਦੇ ਸੀ। ਲੜਕੀਆਂ ਜਿਹੜੀਆਂ ਹੈ ਉਹ ਗੁਲਾਮ ਬਣਾ ਕੇ ਲੈ ਜਾਂਦੇ ਸੀ, ਜਿਨ੍ਹਾਂ ਨੂੰ ਦਜ਼ਲੇ ਫਰਾਤ ਤੇ ਗਜ਼ਨੀ ਦੇ ਸ਼ਹਿਰਾਂ ਦੇ ਵਿੱਚ ਵੇਚਿਆ ਜਾਂਦਾ ਸੀ। ਜਦੋਂ ਲੋਕ ਪੁੱਛਦੇ ਨਾ ਉਹਨਾਂ ਪਿਓਾਂ ਨੂੰ ਜਿਨ੍ਹਾਂ ਦੀਆਂ ਧੀਆਂ ਜਿਹੜੀਆਂ ਜਬਰੀ ਲੈ ਜਾਂਦੇ ਸੀ ਕਿ ਤੁਸੀਂ ਇਹਨਾਂ ਦਾ ਮੁਕਾਬਲਾ ਕਿਉਂ ਨਹੀਂ ਕਰਦੇ, ਤੇ ਉਹ ਕਹਿੰਦੇ ਸੀ ਸਾਡੇ 'ਚ ਇਹਨਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਹੈ। ਚਿੜੀ ਉੱਡੇ ਤੋਂ ਵੀ ਡਰ ਜਾਉਂ, ਤੁਰਕਣ ਸੇ ਕੈਸੇ ਲੜ ਪਾਉਂ। ਅਸੀਂ ਤਾਂ ਚਿੜੀ ਉੱਡਦੀ ਹੈ ਤੇ ਡਰ ਜਾਂਦੇ ਆ, ਇਹਨਾਂ ਜ਼ਰਵਾਣਿਆਂ ਦੇ ਨਾਲ, ਇਹਨਾਂ ਤੁਰਕੜਿਆਂ ਦੇ ਨਾਲ ਅਸੀਂ ਕਿਵੇਂ ਲੜ ਸਕਦੇ ਆ ਇਹਨਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਐਸੀ ਇਸ ਤਖਤ ਤੇ ਸਭਾਈਮਾਨ ਹੋ ਕੇ ਕਲਾ ਵਰਤਾਈ ਕਿ ਉਹੀ ਲੋਕ ਜਿਹੜੇ ਕਹਿੰਦੇ ਸੀ ਅਸੀਂ ਇਹਨਾਂ ਮੁਕਾਬਲਾ ਨਹੀਂ ਕਰ ਸਕਦੇ ਜ਼ਾਲਮਾਂ ਦਾ, ਜਿਹੜੇ ਕਹਿੰਦੇ ਸੀ ਅਸੀਂ ਇਹਨਾਂ ਤੁਰਕੜਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ, ਉਹਨਾਂ ਲੋਕਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਪੱਛਮ ਤੋਂ ਹੋਣ ਵਾਲੇ ਹਮਲਿਆਂ ਨੂੰ ਜਿਹੜਾ ਸੀ ਉਹ ਰੋਕ ਕੇ ਰੱਖ ਦਿੱਤਾ। ਕੀ ਬਦਲਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ? ਕਿ ਉਹਨਾਂ ਨੂੰ ਵੱਖਰਾ ਪਾਣੀ ਪਿਆਉਣਾ ਸ਼ੁਰੂ ਕਰਤਾ। ਜਿਹੜਾ ਪਾਣੀ ਉਹ ਪਹਿਲਾਂ ਪੀਂਦੇ ਸੀ, ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਵੱਖਰਾ ਪਾਣੀ ਪਿਆਉਣਾ ਸ਼ੁਰੂ ਕਰਤਾ। ਪਾਣੀ ਬਦਲਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ? ਨਹੀਂ, ਪਾਣੀ ਵੀ ਉਹੀ ਸੀ। ਕਿ ਧਰਤੀ ਬਦਲਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ? ਧਰਤੀ ਵੀ ਉਹੀ ਸੀ, ਹਵਾ ਵੀ ਉਹੀ ਸੀ। ਜੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸ ਤਖਤ ਤੇ ਸਭਾਈਮਾਨ ਹੋ ਕੇ ਬਦਲੀ, ਤੇ ਉਸ ਵਕਤ ਜ਼ਿੰਦਗੀ ਜਿਉਣ ਵਾਲੇ ਲੋਕਾਂ ਦੀ ਸੋਚ ਬਦਲੀ, ਜਿਹਦੇ ਵਿੱਚ ਕਾਇਰਤਾ ਭਰੀ ਹੋਈ ਸੀ। ਤੇ ਬਦਲੀ ਹੋਈ ਸੋਚ ਦਾ ਨਤੀਜਾ ਸੀ ਕਿ ਜਿਹੜੇ ਲੋਕ ਗਾਜਰਾਂ ਮੂਲੀਆਂ ਵਾਂਗ ਕੱਟੇ ਜਾਂਦੇ ਸੀ, ਉਹਨਾਂ ਲੋਕਾਂ ਨੇ ਜਾ ਕੇ ਅਫਗਾਨਿਸਤਾਨ ਤੇ ਕੰਧਾਰ ਦੀਆਂ ਜਿਹੜਾ ਸੀ ਉਹ ਕੰਧਾਂ ਹਿਲਾ ਦਿੱਤੀਆਂ। ਇਹ ਸਾਡਾ ਇਤਿਹਾਸ ਹੈ। ਇਹੋ ਕਾਰਨ ਹੈ ਕਿ ਬਾਰ-ਬਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਮਿਲਦੀ ਹੈ। ਬਾਰ-ਬਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਚੁਣੌਤੀ ਮਿਲਦੀ ਹੈ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਬੈਠੇ ਚੌਰ ਬਰਦਾਰ ਵੱਲ ਉਂਗਲ ਕਰਾਂਗੇ ਨਾ ਸਾਧ ਸੰਗਤ ਜੀ,
ਮਤ ਸਮਝੋ ਕਿ ਅਸੀਂ ਇਕੱਲੇ ਚੌਰ ਬਰਦਾਰ ਜਾਂ ਤਾਬਿਆ ਬੈਠੇ ਗ੍ਰੰਥੀ ਸਿੰਘ ਵੱਲ ਉਂਗਲ ਕਰ ਰਹੇ ਹਾਂ। ਸਾਡੀ ਉਂਗਲ ਉਹ ਗੁਰੂ ਵੱਲ ਵੀ ਜਾ ਰਹੀ ਹੈ। ਜਦੋਂ ਅਸੀਂ ਗੁਰੂ ਕੇ ਤਖਤਾਂ ਦੇ ਸੇਵਾਦਾਰਾਂ ਵੱਲ ਉਂਗਲ ਕਰਾਂਗੇ ਨਾ, ਤੇ ਫਿਰ ਇਹ ਉਂਗਲ ਸਾਡੀ ਤਖਤਾਂ ਵੱਲ ਵੀ ਜਾਂਦੀ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਮਹਾਨ ਤਖਤ ਹੈ। ਨਿਹੰਗ ਸਿੰਘ ਫੌਜਾਂ ਬੈਠੀਆਂ ਨੇ, ਹਮੇਸ਼ਾ ਹੀ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਮਰਿਆਦਾ ਤੇ ਪਰੰਪਰਾ ਦੀ ਰਾਖੀ ਕੀਤੀ ਹੈ। ਮੈਂ ਅੰਤ ਦੇ ਵਿੱਚ ਫਿਰ ਇੱਥੇ ਹਾਜ਼ਰੀਨ ਸਿੱਖ ਸੰਗਤਾਂ ਦੀ, ਜਿੱਥੇ ਮੈਂ ਧੰਨਵਾਦ ਕਰਦਾ, ਸਿੰਘ ਸਾਹਿਬ ਜੀ ਨੇ ਨਾਮ ਸਾਰਿਆਂ ਦੇ ਲੈ ਹੀ ਦਿੱਤੇ ਨੇ। ਮੈਂ ਫਿਰ ਇੱਕ ਵਾਰੀ ਸਾਰੀ ਸੰਗਤ ਨੂੰ ਮੇਰੀ ਪੀਰੀ ਦੇ ਇਸ ਮਹਾਨ ਪੁਰਬ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ। ਮੇਰੀ ਤੇ ਪੀਰੀ ਦੀਆਂ ਸ੍ਰੀ ਸਾਹਿਬਾਂ ਦੋ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਭਾਈਮਾਨ ਹੈ, ਜਿਨ੍ਹਾਂ ਦੇ ਸ਼ਾਮ ਨੂੰ ਸੰਗਤਾਂ ਨੂੰ ਦਰਸ਼ਨ ਵੀ ਕਰਾਏ ਜਾਂਦੇ ਨੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ। ਤੇ ਮੈਂ ਸੇਵਾਦਾਰਾਂ ਨੂੰ, ਸਾਡੇ ਜਿਹੜੇ ਸਤਿਕਾਰਯੋਗ ਐਡੀਸ਼ਨਲ ਹੈੱਡ ਗ੍ਰੰਥੀ, ਇਹਨਾਂ ਨੂੰ ਬੇਨਤੀ ਕਰਾਂ ਕਿ ਇਸ ਸਥਾਨ ਤੋਂ ਅੱਜ ਵੀ ਇਹਨਾਂ ਮਹਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਸਤਰਾਂ ਦੇ ਜਿਹੜੇ ਦਰਸ਼ਨ ਹੈ ਉਹ ਸੰਗਤ ਨੂੰ ਜ਼ਰੂਰ ਕਰਾਏ ਜਾਣ। ਮੇਰੀ ਪੀਰੀ ਦਿਵਸ ਦੇ ਉੱਤੇ ਅਸੀਂ ਹਰ ਸਾਲ ਹੀ ਅੱਜ ਦੇ ਦਿਨ ਵੀ ਸੰਗਤਾਂ ਨੂੰ ਦਰਸ਼ਨ ਜਿਹੜੇ ਹੈ ਇਹਨਾਂ ਮਹਾਨ ਸ੍ਰੀ ਸਾਹਿਬਾਂ ਦੇ ਕਰਾਉਨੇ ਆ। ਇਹ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਨੇ। ਸੱਜੇ ਹੱਥ ਦੇ ਵਿੱਚ ਫੜੀ ਸ੍ਰੀ ਸਾਹਿਬ ਜਿਹੜੀ ਹੈ ਇਹ ਪੀਰੀ ਦੀ ਸ੍ਰੀ ਸਾਹਿਬ ਹੈ, ਤੇ ਸਿੰਘ ਸਾਹਿਬ ਜੀ ਦੇ ਖੱਬੇ ਹੱਥ ਦੇ ਵਿੱਚ ਜਿਹੜੀ ਫੜੀ ਸ੍ਰੀ ਸਾਹਿਬ ਹੈ ਇਹ ਪੀਰੀ ਦੀ ਸ੍ਰੀ ਸਾਹਿਬ ਹੈ। ਇਹ ਮੇਰੀ ਤੇ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਤਖਤ ਤੇ ਸੁਭਾਈਮਾਨ ਹੋ ਕੇ ਧਾਰਨ ਕੀਤੀਆਂ ਸੀ। ਇੱਕ ਧਰਮ ਦਾ ਪ੍ਰਤੀਕ ਹੈ, ਇੱਕ ਰਾਜ ਦਾ ਪ੍ਰਤੀਕ ਹੈ। ਬਹੁਤ 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 ਹਾਜ਼ਰੀਨ ਸਿੱਖ ਸੰਗਤ ਦਾ, ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਹਾਜ਼ਰ ਨੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।